ਅੱਜ ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਜੀ, ਦੋ ਰੋਟੀਆਂ ਹਰੇਕ ਇਨਸਾਨ ਨੂੰ ਖਾਣੀਆਂ ਪੈਂਦੀਆਂ ਜੀ, ਜੇ ਦੋ ਰੋਟੀਆਂ ਨਾ ਆਪਾਂ ਖਾਈਏ ਤਾਂ ਆਪਾਂ ਨੂੰ ਸਬਰ ਨਹੀਂ ਆਉਂਦਾ। ਜੀ, ਅੱਜ ਜੇ ਅਸੀਂ ਮੋਦੀ ਨੂੰ ਪੁੱਛਦੇ ਹਾਂ, ਸੈਂਟਰ ਦੀ ਸਰਕਾਰ ਨੂੰ ਪੁੱਛਦੇ ਹਾਂ ਵੀ ਤੁਸੀਂ ਦੱਸੋ ਵੀ ਦੋ ਰੋਟੀਆਂ ਖਾਂਦੇ ਨਹੀਂ। ਮੋਦੀ ਸਰਕਾਰ ਦੀ ਇਹੀ ਜੀ ਕਿਹੜੀ ਮਜਬੂਰੀ ਹੋ ਗਈ ਜਿਹੜਾ ਇੰਨੀਆਂ ਸ਼ਹੀਦੀਆਂ ਤੋਂ ਬਾਅਦ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ? ਉਹ ਨਾਮ ਦਾ ਪ੍ਰਧਾਨ ਮੰਤਰੀ ਆ, ਜਿਹੜਾ ਅਡਾਨੀ ਤੇ ਵਾਨੀ ਆ ਉਹ ਪ੍ਰਧਾਨ ਮੰਤਰੀ ਤਾਂ ਉਹ ਆ। ਤਿਰੰਗੇ ਦੀ ਗੱਲ ਕਰਦੇ ਆ, ਜੇ ਪਿਛਲੇ ਬਾਦਲ ਦੀ ਸਰਕਾਰ ਦੇ ਵਿੱਚ ਮੋਦੀ ਸਾਹਿਬ ਆਏ ਆ ਜੀ, ਉਹਨਾਂ ਦੇ ਕਿੰਨਾ ਕੇਸਰੀ ਉਹਦੇ ਸਰੋਪਾ ਨਹੀਂ ਪਾਇਆ, ਜੀ, ਕੇਸਰੀ ਉਹਦੇ ਪੱਗ ਨਹੀਂ ਬੰਨੀ, ਜੀ, ਫਿਰ ਕਹਿੰਦਾ ਫਿਰ ਵੱਖਵਾਦੀ ਤਾਂ ਅੱਤਵਾਦੀ ਉਹ ਵੀ ਹੋਇਆ। ਦੇਸ਼ ਦੀ ਵੰਡ ਹੋਈ ਆ, ਜੀ, ਦੇਸ਼ ਆਜ਼ਾਦ ਕਰਾਇਆ, ਜੀ, ਉਦੋਂ ਸਭ ਤੋਂ ਵੱਡੀਆਂ ਕੁਰਬਾਨੀਆਂ ਸਾਡੀਆਂ ਸਿੱਖ ਕੌਮ ਦੀਆਂ। ਜੀ ਬਿਲਕੁਲ। ਅੱਜ ਦਿੱਲੀ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਬੈਠੇ ਆ, ਜੀ ਬਿਲਕੁਲ। ਸਾਡੀਆਂ ਭੈਣਾਂ ਬੈਠੀਆਂ, ਜੀ, ਸਾਡੇ ਬਜ਼ੁਰਗ ਬੈਠੇ ਆ, ਸਾਡੇ ਨੌਜਵਾਨ ਬੈਠੇ ਆ। ਜੀ, ਕਦੇ ਤਾਂ ਉਹਨਾਂ ਨੂੰ ਵੱਖਵਾਦੀ ਦੱਸ ਦਿੰਦੇ ਆ, ਜੀ, ਕਦੇ ਖਾਲਿਸਤਾਨੀ ਦੱਸ ਦਿੰਦੇ ਆ, ਜੀ, ਕਦੇ ਅੱਤਵਾਦੀ ਦੱਸ ਦਿੰਦੇ ਆ। ਜੀ, ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ, ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਹੋ। ਮੈਂ ਸੰਸਾਰਦੀਪ ਸਿੰਘ। ਦਰਸ਼ਕੋ, ਪਿਛਲੇ ਤਕਰੀਬਨ 3 ਮਹੀਨੇ ਦੇ ਨੇੜੇ ਦਾ ਸਮਾਂ ਕਿਸਾਨੀ ਸੰਘਰਸ਼ ਚੱਲਦੇ ਨੂੰ ਹੋ ਚੁੱਕਿਆ ਹੈ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਉੱਥੇ ਕੀ ਘਟਨਾਕ੍ਰਮ ਹੋਇਆ, ਚਾਹੇ ਉਹ 26 ਜਨਵਰੀ ਦੀ ਘਟਨਾ ਲਾ ਲਈਏ ਆਪਾਂ। ਦੀਪ ਸਿੱਧੂ ਤੇ ਲੱਖੇ ਸਿਧਾਣੇ ਦਾ ਨਾਮ ਉਛਲ ਕੇ ਉਹਨਾਂ ਦੇ ਵਿੱਚ ਸਾਹਮਣੇ ਆਇਆ। ਜਥੇਬੰਦੀਆਂ ਵੱਲੋਂ ਉਹਨਾਂ ਨੂੰ ਗਦਾਰ ਦੇ ਜਿਹੜੇ ਸਰਟੀਫਿਕੇਟ ਦੇ ਦਿੱਤੇ ਗਏ ਕਿ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਇਹਨਾਂ ਨੂੰ ਏਜੰਸੀਆਂ ਵੱਲੋਂ ਜਾਂ RSS ਵੱਲੋਂ ਭੇਜਿਆ ਗਿਆ ਸੀ। ਪੋਲੀਟੀਕਲ ਪਾਰਟੀਆਂ ਉਹਨਾਂ ਦੀ ਸਪੋਰਟ ਦੇ ਵਿੱਚ ਆਈਆਂ ਵੀ, ਕੁਝ ਨਹੀਂ ਵੀ ਆਈਆਂ। ਇੱਕ ਜਿਹੜੀ ਪਾਰਟੀ ਖੁੱਲ੍ਹ ਕੇ ਸਾਹਮਣੇ ਉਹਨਾਂ ਦੀ ਸਪੋਰਟ ਦੇ ਵਿੱਚ ਆਈ ਉਹ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਨੇ। ਸਾਡੇ ਨਾਲ ਅੱਜ ਇਸੇ ਸੰਘਰਸ਼ ਦੇ ਮੁੱਦੇ 'ਤੇ ਵਿਚਾਰ ਚਰਚਾ ਕਰਨ ਦੇ ਲਈ ਮੌਜੂਦ ਨੇ ਬਾਈ ਕੁਲਦੀਪ ਸਿੰਘ ਪਹਿਲਵਾਨ, ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇੰਚਾਰਜ। ਸਵਾਗਤ ਹੈ ਜੀ। ਪਹਿਲਾਂ ਤਾਂ ਸੰਸਾਰ ਸਿੰਘ ਜੀ, ਤੁਹਾਨੂੰ ਫਤਿਹ ਜੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਆਪ ਜੀ ਨੇ ਕਿਸਾਨੀ ਦਾ ਮੁੱਦੇ ਦੀ ਗੱਲ ਕਰਦੇ ਆ ਜੀ, ਤੇ 3 ਮਹੀਨਿਆਂ ਤੋਂ ਵੀ ਵੱਧ ਸੰਘਰਸ਼ ਹੋ ਗਿਆ। ਜੀ ਬਿਲਕੁਲ, ਬਿਲਕੁਲ ਹੋ ਗਿਆ। ਤੇ ਪਹਿਲਾਂ ਤਾਂ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲਿਆ। ਜੀ ਬਿਲਕੁਲ। ਫਿਰ ਜਦੋਂ ਸਾਡੀ ਆਵਾਜ਼ ਕਿਸਾਨਾਂ ਦੀ ਸੁਣੀ ਨਹੀਂ ਗਈ, ਸਾਡੀ ਆਵਾਜ਼ ਬੁਲੰਦ ਨਹੀਂ ਕਰੀ ਗਈ, ਜੀ, ਫਿਰ ਆ ਕੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਤਾ। ਜੀ ਬਿਲਕੁਲ। ਫਿਰ ਜਿਹੜੀਆਂ ਜ਼ੁਲਮ ਦੀਆਂ ਸਰਕਾਰਾਂ, ਜੀ, ਖੱਟਰ ਸਾਹਿਬ ਨੇ ਮੋਦੀ ਦੇ ਇਸ਼ਾਰੇ 'ਤੇ ਜੀ, ਸਾਡੇ ਪੂਰੇ ਬਾਰਡਰ ਸੀਲ ਕਰਤੇ ਆ। ਜੀ, ਬਾਰਡਰ ਦੇ ਹਾਈ ਬ੍ਰਿਗੇਡ ਦੀਆਂ ਗੱਡੀਆਂ ਲਾਤੀਆਂ, ਪਾਣੀ ਵਾਲੀਆਂ ਵੀ ਗੱਡੀਆਂ ਲਾਤੀਆਂ, ਹੱਥਰੂ ਗੈਸ ਵੀ ਲਾਤੇ, ਜੀ, ਤੇ ਪੁਲਿਸ ਵੀ ਬਹੁਤ ਜ਼ਿਆਦਾ ਲਾਤੀ ਆ। ਜੀ, ਤੇ ਉਹਨਾਂ ਨੂੰ ਆਏ ਤਾਂ ਵੀ ਅਸੀਂ ਸਿੰਭੂ ਵਾਲਾ ਬਾਰਡਰ ਨਹੀਂ ਪਾਰ ਕਰਨ ਦੇਵਾਂਗੇ। ਜੀ, ਜੀ ਬਿਲਕੁਲ। ਪਰ ਜਿਹੜੇ ਪੰਜਾਬ ਦੀ ਜਵਾਨੀ ਆ, ਪੰਜਾਬ ਦੇ ਨੌਜਵਾਨ ਆ, ਜੀ, ਤੇ ਹਮੇਸ਼ਾ ਇਹ ਕਦੇ ਆਪਣੀਆਂ ਜਾਨਾਂ ਤੋਂ ਡਰਦੇ ਨਹੀਂ। ਜੀ ਬਿਲਕੁਲ। ਤੇ ਸਭ ਤੋਂ ਜਦੋਂ ਦੇਸ਼ ਦੀ ਵੰਡ ਹੋਈ ਆ, ਜੀ, ਦੇਸ਼ ਆਜ਼ਾਦ ਕਰਾਇਆ, ਜੀ, ਉਦੋਂ ਸਭ ਤੋਂ ਵੱਡੀਆਂ ਕੁਰਬਾਨੀਆਂ ਸਾਡੀਆਂ ਸਿੱਖ ਕੌਮ ਦੀਆਂ। ਜੀ ਬਿਲਕੁਲ। ਕਿ ਅੱਜ ਉਹ ਸਿੱਖਾਂ ਨੂੰ, ਉਹ ਕਿਸਾਨਾਂ ਨੂੰ ਅੱਜ ਜ਼ੁਲਮ ਦੀ ਸਰਕਾਰ ਨੇ, ਮੋਦੀ ਸਰਕਾਰ ਨੇ ਸਾਨੂੰ ਰੋਲ ਕੇ ਰੱਖਤਾ। ਜੀ, ਤੇ ਅੱਜ ਦੇਖੋ ਤੁਸੀਂ ਕਿੰਨੇ ਦਿਨ ਹੋ ਗਏ, ਜੀ, ਅੱਜ ਦਿੱਲੀ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਬੈਠੇ ਆ, ਜੀ ਬਿਲਕੁਲ, ਸਾਡੀਆਂ ਭੈਣਾਂ ਬੈਠੀਆਂ, ਜੀ, ਜੀ, ਸਾਡੇ ਬਜ਼ੁਰਗ ਬੈਠੇ ਆ, ਸਾਡੇ ਨੌਜਵਾਨ ਬੈਠੇ ਆ। ਜੀ,
ਕਦੇ ਤਾਂ ਉਹਨਾਂ ਨੂੰ ਵੱਖਵਾਦੀ ਦੱਸ ਦਿੰਦੇ ਆ, ਜੀ ਕਦੇ ਖਾਲਿਸਤਾਨੀ ਦੱਸ ਦਿੰਦੇ ਆ, ਜੀ ਕਦੇ ਅੱਤਵਾਦੀ ਦੱਸ ਦਿੰਦੇ ਆ। ਜੀ ਤੇ ਤੁਸੀਂ ਟੀਵੀ ਚੈਨਲ ਵਾਲੇ ਸਾਰੇ ਕੁਝ ਜਾਣਦੇ ਹੀ ਆ। ਜੀ ਤੇ ਜਿਹੜਾ ਕਿਸਾਨ ਆ, ਜੀ ਹੁਣ ਪਿੱਛੇ ਜੇ ਠਿਕਰੀ ਬਾਰਡਰ ਦੇ ਉੱਤੇ ਕਹਿੰਦਾ ਉਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜੀ ਆ ਕੇ ਬੀਜੇਪੀ ਦੇ ਨੇ ਬੰਦੇ ਨੇ ਪਾਕਿਸਤਾਨ ਦੇ ਨਾਅਰੇ ਲਾਏ, ਨਾਲੇ ਖਾਲਿਸਤਾਨ ਦੇ ਨਾਅਰੇ ਜੀ ਲਾਏ। ਬਿਲਕੁਲ ਬਿਲਕੁਲ ਜਦੋਂ ਕਿਸਾਨਾਂ ਨੇ ਫੜ ਲਿਆ, ਜੀ ਉਹਦੀ ਗੇਜ ਦੇ ਵਿੱਚੋਂ ਕੱਢ ਕੇ ਆਈ ਕਾਰਡ ਸਾਹਮਣੇ ਆ ਗਿਆ, ਬੀਜੇਪੀ ਦਾ ਪ੍ਰਧਾਨ ਸੀਗਾ। ਜੀ ਭਾਈ ਸਾਹਿਬ, ਇੰਨਾ ਕੁਝ ਤੁਸੀਂ ਇਹ ਦੱਸਤਾ ਕਿ ਉੱਥੇ ਸੰਘਰਸ਼ ਦੇ ਵਿੱਚ ਕੀ ਕੁਝ ਵਾਪਰਿਆ, ਸਰਕਾਰਾਂ ਨੇ ਜ਼ੁਲਮ ਵੀ ਕੀਤੇ, ਸਾਡੇ ਨੌਜਵਾਨ ਕੁਝ ਕਿਸਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਸ਼ਹੀਦੀਆਂ ਵੀ ਉਹਨਾਂ ਨੇ ਪ੍ਰਾਪਤ ਕੀਤੀਆਂ। ਇਸ ਤੋਂ ਇਲਾਵਾ ਕੋਈ ਪੋਜ਼ਿਟਿਵ ਪ੍ਰਾਪਤੀ ਕੋਈ ਸੰਘਰਸ਼ ਦੀ ਤੁਸੀਂ ਦੇਖਦੇ ਹੋ? ਦੇਖੋ, ਇਹ ਜਿਹੜੀ ਪ੍ਰਾਪਤੀ ਦੀ ਗੱਲ ਆ, ਜੀ ਪ੍ਰਾਪਤੀ ਤਾਂ ਸਾਡੀ ਇਹ ਆ ਸਿੱਖ ਕੌਮ ਦੀ, ਜੀ ਸਾਡੇ ਪੂਰੇ ਭਾਰਤ ਦੇ ਕਿਸਾਨਾਂ ਦੀ। ਜੀ ਇਕੱਲੇ ਅੱਜ ਪੰਜਾਬ ਦੀ ਗੱਲ ਨਹੀਂ ਰਹੀ, ਨਾ ਹਰਿਆਣੇ ਦੀ ਗੱਲ ਰਹੀ ਆ, ਨਾ ਯੂਪੀ ਦੀ, ਪੂਰੇ ਭਾਰਤ ਦੀ ਗੱਲ ਆ। ਜੀ ਤੇ ਅਸੀਂ ਬਿਲਕੁਲ ਕਿਸਾਨਾਂ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹਿਲਾਂ ਤੇ ਹੀ ਪਹਿਰਾ ਦੇ ਰਿਹਾ ਡਟ ਕੇ। ਜੀ ਬਿਲਕੁਲ। ਅਸੀਂ ਜਿੱਦਣ ਦਾ ਸੰਘਰਸ਼ ਚੱਲਿਆ, ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਪਹਿਲੇ ਸੰਘਰਸ਼ੀ ਹਾਂ ਜੀ। ਤੇ ਉਦਣ ਦੇ ਅਸੀਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢੇ ਖੜਿਆ, ਖੁਦ ਅਸੀਂ ਕਿਸਾਨ ਆ। ਜੀ ਬਿਲਕੁਲ ਬਿਲਕੁਲ। ਅੱਜ ਚਾਹੇ ਕੋਈ ਗਰੀਬ ਹੋਵੇ, ਚਾਹੇ ਕੋਈ ਅਮੀਰ ਹੋਵੇ, ਜੀ ਦੋ ਰੋਟੀਆਂ ਹਰੇਕ ਇਨਸਾਨ ਨੂੰ ਖਾਣੀਆਂ ਪੈਣੀਆਂ। ਜੀ ਜੇ ਦੋ ਰੋਟੀਆਂ ਨਾ ਆਪਾਂ ਖਾਈਏ ਤਾਂ ਆਪਾਂ ਨੂੰ ਸਬਰ ਨਹੀਂ ਆਉਂਦਾ। ਜੀ ਅੱਜ ਜੇ ਅਸੀਂ ਮੋਦੀ ਨੂੰ ਪੁੱਛਦੇ ਹਾਂ, ਸੈਂਟਰ ਦੀ ਸਰਕਾਰ ਨੂੰ ਪੁੱਛਦੇ ਹਾਂ ਵੀ ਤੁਸੀਂ ਦੱਸੋ ਵੀ ਦੋ ਰੋਟੀਆਂ ਖਾਂਦੇ ਨਹੀਂ। ਜੀ ਭਾਈ ਸਾਹਿਬ, ਤੁਸੀਂ ਕਿਹਾ ਕਿ ਦੋ ਰੋਟੀਆਂ ਹਰ ਇਨਸਾਨ ਨੂੰ ਖਾਣੀਆਂ ਪੈਂਦੀਆਂ ਨੇ ਜਿਉਂਦਾ ਰਹਿਣ ਵਾਸਤੇ। ਮੋਦੀ ਸਰਕਾਰ ਦੀ ਇਹੀ ਜੀ ਕਿਹੜੀ ਮਜਬੂਰੀ ਹੋ ਗਈ ਜਿਹੜਾ ਇੰਨੀਆਂ ਸ਼ਹੀਦੀਆਂ ਤੋਂ ਬਾਅਦ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ? ਇਹਨਾਂ ਦੇ ਕੰਨਾਂ ਜਿਹੜਾ ਨਾ ਇਹਨਾਂ ਦੇ ਕੰਨ ਤੇ ਜੂੰ ਇਹ ਨਹੀਂ ਖੜਤੀ ਜਿਹੜੇ ਅਡਾਨੀ ਤੇ ਅਵਾਨੀ ਆ। ਜੀ ਇਹਨਾਂ ਦਾ ਤਾਂ ਨਾਂ ਆ ਸਰਕਾਰ ਦਾ। ਜੀ ਸਰਕਾਰ ਦੇ ਏਜੰਟ ਤਾਂ ਉਹ ਆ, ਸਰਕਾਰਾਂ ਤਾਂ ਉਹ ਚਲਾ ਰਹੇ ਆ। ਮਤਲਬ ਨਰਿੰਦਰ ਮੋਦੀ ਇੱਕ ਨਾਮ ਦਾ ਪ੍ਰਧਾਨ ਮੰਤਰੀ ਤੁਸੀਂ ਕਹਿ ਰਹੇ ਹੋ? ਉਹ ਨਾਮ ਦਾ ਪ੍ਰਧਾਨ ਮੰਤਰੀ ਆ ਜੀ। ਉਹ ਨਾਮ ਦਾ ਪ੍ਰਧਾਨ ਮੰਤਰੀ ਆ। ਜਿਹੜਾ ਅਡਾਨੀ ਤੇ ਅਵਾਨੀ ਆ ਪ੍ਰਧਾਨ ਮੰਤਰੀ ਤਾਂ ਉਹ ਆ। ਜੀ ਜਿਹੜੀ ਸਰਕਾਰ ਚੱਲਦੇ ਆ। ਹੁਣ ਪਿੱਛੇ ਜੇ ਰੇਲਾਂ ਇਹਨਾਂ ਨੇ ਵੇਚਤੀਆਂ, ਹਵਾਈ ਏਅਰਪੋਰਟ ਇਹਨਾਂ ਨੇ ਵੇਚਤੇ ਜੀ, ਤੇ ਬਿਜਲੀ ਉਹ ਇਹਨਾਂ ਨੇ ਵੇਚਤੀ। ਇਹਨਾਂ ਨੇ ਛੱਡਿਆ ਕੀ ਆ, ਕਿਸਾਨੀ ਨੂੰ ਵੀ ਲੱਗਿਆ ਵੇਚਣ। ਜੀ ਭਾਈ ਸਾਹਿਬ, ਗੱਲ ਕੀਤੀ ਜਾਵੇ 26 ਜਨਵਰੀ ਦੀ ਜਿਹੜੀ ਘਟਨਾ ਹੋਈ, ਲਾਲ ਕਿਲ੍ਹੇ ਦੇ ਉੱਪਰ ਨਿਸ਼ਾਨ ਸਾਹਿਬ ਜਿਹੜੇ ਝੁਲਾਏ ਗਏ, ਬਹੁਤ ਤਕੜਾ ਵਿਵਾਦ ਵੀ ਖੜਾ ਹੋ ਗਿਆ ਸੀਗਾ ਕਿ ਆਪਣੇ ਤਿਰੰਗੇ ਨੂੰ ਜਿਹੜਾ ਅਪਮਾਨਿਤ ਕੀਤਾ ਗਿਆ ਲਾਲ ਕਿਲ੍ਹੇ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੜ੍ਹਾ ਕੇ। ਦੇਸ਼ ਧਰੋਹ ਦੇ ਪਰਚੇ ਵੀ ਦਿੱਤੇ ਗਏ। ਮੁੱਖ ਤੌਰ 'ਤੇ ਜਿਹੜੇ ਵੱਡੇ ਨਾਮ ਆਪਾਂ ਕਹਿ ਲਈਏ ਦੀਪ ਸਿੱਧੂ ਤੇ ਲੱਖਾ ਸਿਧਾਣਾ, ਉਹਨਾਂ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੀ ਸਟੈਂਡ ਆ? ਦੇਖੋ, ਜਿਹੜੇ ਇਕੱਲੇ ਦੀਪ ਸਿੱਧੂ ਦੀ ਗੱਲ ਨਹੀਂ, ਲੱਖਾ ਸਿਧਾਣਾ ਦੀ ਗੱਲ ਨਹੀਂ, ਪੂਰੇ ਕੌਮ ਦੀ ਗੱਲ ਆ। ਜੀ ਅਸੀਂ ਆਪਣਾ ਹੱਕ ਮੰਗਣ ਗਏ ਆ। ਜੀ ਬਿਲਕੁਲ। ਜਿਹੜੀ ਤੁਸੀਂ ਤਿਰੰਗੇ ਦੀ ਗੱਲ ਕਰੀ ਆ, ਜੀ ਜਿਹੜਾ ਉਹਨਾਂ ਦਾ ਤਿਰੰਗਾ ਭਾਰਤ ਦੇਸ਼ ਦਾ, ਉਹ ਤਾਂ ਬਿਲਕੁਲ ਕਿਸੇ ਨੇ ਛੇੜਿਆ ਨਹੀਂ। ਜੀ ਉਹਦੇ ਵਿੱਚ ਤੁਸੀਂ ਲਾ ਲਓ ਕਿ ਨਾ, ਜਿਹੜੇ ਤਿਰੰਗੇ ਦੀ ਗੱਲ ਕਰਦੇ ਆ, ਜੇ ਪਿਛਲੇ ਬਾਦਲ ਦੀ ਸਰਕਾਰ ਦੇ ਵਿੱਚ ਮੋਦੀ ਸਾਹਿਬ ਆਏ ਆ ਜੀ, ਉਹਨਾਂ ਦੇ ਕਿੰਨਾ ਕੇਸਰੀ ਉਹਦੇ ਸਰੋਪਾ ਨਹੀਂ ਪਾਇਆ, ਜੀ ਕੇਸਰੀ ਉਹਦੇ ਪੱਗ ਨਹੀਂ ਬੰਨੀ। ਜੀ ਫਿਰ ਕਹਿੰਦਾ ਫਿਰ ਵੱਖਵਾਦੀ ਤਾਂ ਅੱਤਵਾਦੀ ਉਹ ਵੀ ਹੋਇਆ। ਜੀ ਕੇਸਰੀਵਾਲ ਵੀ ਇਹ ਆਪਣੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ, ਜਦੋਂ ਲੁਧਿਆਣੇ ਦੇ ਵਿੱਚ ਰੈਲੀ ਹੋਈ ਆ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਉਹਦੇ ਸਰੂਪਾ ਵੀ ਪਾਇਆ ਗਿਆ, ਪਗੜੀ ਵੀ ਬੰਨੀ ਗਈ ਆ। ਉਹਦੇ ਨਿਸ਼ਾਨ ਸਾਹਿਬ ਦੇ ਕਹਿੰਦਾ ਉਹ ਕੱਪੜਾ ਨਹੀਂ ਤਾ ਜੀ। ਤੇ ਜੇ ਸਾਡੇ ਮੁੰਡਿਆਂ ਨੇ ਨਿਸ਼ਾਨ ਸਾਹਿਬ ਦੇ ਕੰਨਾ ਕੱਪੜਾ ਉੱਥੇ ਚੜਾਤਾ, ਤਿਰੰਗੇ ਨੂੰ ਤਾਂ ਛੇੜਿਆ ਨਹੀਂ। ਜੀ ਬਿਲਕੁਲ ਨਹੀਂ। ਉਹਨਾਂ ਨੇ ਆਪਣਾ ਕਹਿੰਦਾ ਜਿਹੜਾ ਸਾਡਾ ਨਿਸ਼ਾਨ ਆ, ਉਹ ਤਾਂ ਬਿਲਕੁਲ ਅਸੀਂ ਕਾਇਮ ਰੱਖਦੇ ਹਾਂ, ਸਾਡਾ ਸਿੱਖ ਕੌਮ ਦਾ। ਨਹੀਂ, ਨਿਸ਼ਾਨ ਸਾਹਿਬ ਚੜਾਉਣਾ ਤੁਸੀਂ ਕਹਿ ਰਹੇ ਹੋ ਕਿ ਕੋਈ ਇਹੋ ਜਿਹੀ ਗਲਤੀ ਨਹੀਂ ਹੋਈ ਹੈਗੀ,
ਜਦ ਕਿ ਇਹ ਇੱਕ ਕਿਸਾਨੀ ਸੰਘਰਸ਼ ਆ, ਇਕੱਲੇ ਸਿੱਖਾਂ ਦਾ ਸੰਘਰਸ਼ ਆਪਾਂ ਇਹਨੂੰ ਨਹੀਂ ਕਹਿ ਸਕਦੇ। ਇਹਦੇ ਵਿੱਚ ਹਿੰਦੂ ਵੀ, ਜਿਹੜਾ ਹਿੰਦੂ ਵੀਰ ਵੀ ਸਾਡੇ ਨੇ, ਉਹ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਮੁਸਲਿਮ ਭਾਈਚਾਰਾ ਵੀ ਪੂਰਾ ਸਮਰਥਨ ਕਰ ਰਿਹਾ, ਈਸਾਈ ਭਾਈਚਾਰਾ ਵੀ ਖੁੱਲ੍ਹ ਕੇ ਸਾਹਮਣੇ ਆ ਰਿਹਾ। ਫਿਰ ਇਕੱਲਾ ਨਿਸ਼ਾਨ ਸਾਹਿਬ ਕਿਉਂ? ਮੈਂ ਇਕੱਲੇ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਕਰਦਾ। ਨਿਸ਼ਾਨ ਸਾਹਿਬ ਹੈਗਾ ਪੂਰਾ ਜਿਹੜਾ ਬਾਬੇ ਨਾਨਕ ਦੇ ਟਾਈਮ ਦੀ ਗੱਲ ਆ ਜੀ। ਬਾਬੇ ਨਾਨਕ ਨੇ ਤਾਂ ਕਿਹਾ ਤਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੀ ਬਿਲਕੁਲ। ਅਸੀਂ ਕਿਸੇ ਦੇ ਧਰਮ ਨੂੰ ਅਸੀਂ ਉਹ ਭ੍ਰਿਸ਼ਟਾਚਾਰ ਨਹੀਂ ਕਰਦੇ ਜੀ। ਜੇ ਹਿੰਦੂ ਆ, ਹਿੰਦੂ ਆਪਣੇ ਮਜ਼ਹਬ ਤੇ ਪੂਰਾ ਕਾਇਮ ਰਹੇ ਜੀ। ਜੇ ਮੁਸਲਮਾਨ ਆ, ਮੁਸਲਮਾਨ ਆਪਣੇ ਮਜ਼ਹਬ ਤੇ ਕਾਇਮ ਰਹੇ ਜੀ। ਤੇ ਸਿੱਖ ਆ, ਸਿੱਖ ਆਪਣੇ ਮਜ਼ਹਬ ਤੇ ਪੂਰਾ ਕਾਇਮ ਰਹੇ। ਜੀ ਬਿਲਕੁਲ। ਤੇ ਜਿਹੜਾ ਕ੍ਰਿਸਚਨ ਆ, ਕ੍ਰਿਸਚਨ ਆਪਣੇ ਮਜ਼ਹਬ ਤੇ ਪੂਰਾ ਜੀ। ਆ ਜਿਹੜਾ ਕਿਸਾਨੀ ਸੰਘਰਸ਼ ਆ, ਜੀ। ਕਿਸਾਨੀ ਦੇ ਵਿੱਚ ਕੋਈ ਜਾਤ ਪਾਤ ਨਹੀਂ, ਸਾਰਿਆਂ ਦਾ ਜਿਹੜਾ ਕਿਸਾਨ ਖੇਤੀ ਕਰਦਾ ਜੀ, ਉਹ ਸਾਰੇ ਕਿਸਾਨ ਆ। ਜੀ। ਗੱਲ ਕਰੀਏ ਆਪਾਂ ਕਿਸਾਨੀ ਜਥੇਬੰਦੀਆਂ ਦੀ, ਜਿਹੜੀਆਂ ਸੰਘਰਸ਼ ਲੜ ਰਹੀਆਂ ਨੇ, ਅਗਵਾਈ ਕਰ ਰਹੀਆਂ ਨੇ ਸੰਘਰਸ਼ ਦੀ, ਉਹਨਾਂ ਨੇ ਉਹ ਨੌਜਵਾਨਾਂ ਤੋਂ ਪੱਲਾ ਝਾੜ ਲਿਆ। ਉਹਨਾਂ ਦੀ ਕੀ ਇਹੀ ਜੀ ਉਹਨਾਂ ਦੀ ਸੋਚ ਹੋਊਗੀ ਜਾਂ ਕੀ ਮਜਬੂਰੀ ਤੁਸੀਂ ਦੇਖਦੇ ਹੋ ਕਿ ਉਹਨਾਂ ਨੂੰ ਆਪਣੇ ਹੀ ਨੌਜਵਾਨਾਂ ਤੋਂ ਜਿਹੜਾ ਪੱਲਾ ਝਾੜਨਾ ਪੈ ਗਿਆ? ਦੇਖੋ, ਬਿਲਕੁਲ ਮੈਂ ਇਹ ਗੱਲ ਦੀ ਨਿੰਦਿਆ ਕਰਦਾ ਜੀ। ਜਿਹੜੇ ਕਿਸਾਨ ਲੀਡਰ ਆ ਜੀ, ਮੈਂ ਉਹ ਸਤਿਕਾਰਯੋਗ ਆ ਜੀ। ਤੇ ਉਹ ਨੌਜਵਾਨਾਂ ਦੇ ਨਾਲੇ ਬੜੇ ਆ। ਜੀ। ਜੇ ਨੌਜਵਾਨ ਆ ਤਾਂ ਉਹ ਕਿਸਾਨ ਲੀਡਰ ਆ। ਜੀ। ਜੇ ਉਹਨਾਂ ਦੇ ਗੱਲ ਨੌਜਵਾਨ ਨਹੀਂ ਹੈਗੇ, ਉਹ ਲੀਡਰ ਵੀ ਨਹੀਂ ਫਿਰ। ਜੀ। ਤੇ ਅੱਜ ਜੇ ਦਿੱਲੀ ਸਰ ਕਰੀ ਆ ਉਹਨਾਂ ਨੇ, ਜੀ, ਦਿੱਲੀ ਪਹੁੰਚੇ ਆ ਜੀ, ਤਾਂ ਨੌਜਵਾਨਾਂ ਦੀ ਬਦੌਲਤ ਤੇ ਪਹੁੰਚੇ ਆ ਉਹ। ਜੀ। ਭਾਈ ਸਾਹਿਬ, ਤੁਸੀਂ ਨੇ ਗੱਲ ਕੀਤੀ ਨੌਜਵਾਨੀ ਦੀ, ਇੱਥੇ ਗੱਲ ਇਹ ਵੀ ਸਵਾਲ ਖੜਾ ਹੋ ਜਾਂਦਾ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨ ਨੂੰ, ਪੰਜਾਬ ਦੇ ਨੂੰ ਕਦੇ ਨਸ਼ੇੜੀ ਕਿਹਾ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਬਜ਼ੁਰਗਾਂ ਨੂੰ ਕਰਜਈ ਕਹਿਤਾ। ਤੁਹਾਨੂੰ ਲੱਗਦਾ ਕਿ ਇਸ ਸੰਘਰਸ਼ ਦੀ ਇੰਨੀ ਕੁ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੇ ਤੇ ਲੱਗਿਆ ਨਸ਼ੇੜੀ ਦਾ ਤੇ ਕਰਜਈ ਦਾ ਦਾਗ ਆ ਜਿਹੜਾ ਕੁਛ ਹੱਦ ਤੱਕ ਸਾਫ਼ ਕਰ ਦਿੱਤਾ? ਜਿਹੜੀ ਨਸ਼ੇੜੀ ਦੀ ਗੱਲ ਆ ਜੀ, ਜੇ ਸਾਡਾ ਨੌਜਵਾਨ ਨਸ਼ੇੜੀ ਹੁੰਦਾ ਜੀ, ਤੇ ਅੱਜ ਦਿੱਲੀ ਨਹੀਂ ਪਹੁੰਚਦੇ ਤੇ। ਜੀ ਬਿਲਕੁਲ। ਤੇ ਪੰਜਾਬ ਦੇ ਨੌਜਵਾਨਾਂ ਦਾ ਤਾਂ ਬਹੁਤ ਵੱਡਾ ਵਾਲਾ। ਜੀ। ਉਹ ਤਾਂ ਇਸ਼ਾਰੇ ਦੇ ਕਨਾ, ਜਦੋਂ ਕਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ ਬਾਬਾ ਦੀਪ ਸਿੰਘ ਜੋਧਿਆਂ ਦੇ ਟਾਈਮ ਤੇ ਲੈ ਕੇ ਜਦ ਵੀ ਤਾਂ ਲਾਲ ਕਿਲੇ ਤੇ ਝੰਡਾ ਚੜਾਇਆ। ਜੀ। ਜਦ ਕਿਤੇ ਕਹਿਣਾ ਇਹਨੇ RS ਵਾਲਿਆਂ ਨੇ ਤੇ BJP ਵਾਲਿਆਂ ਨੇ ਝੰਡਾ ਚੜਾਤਿਆ ਤਾ। ਜੀ। ਜਦੋਂ ਵੀ ਤਾਂ ਸਾਡੇ ਸਿੱਖਾਂ ਦੀਆਂ ਕੁਰਬਾਨੀਆਂ। ਜੀ। ਭਾਈ ਸਾਹਿਬ, ਭਾਈ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਨੇ, ਸਾਰੀ ਦੁਨੀਆ ਉਹਨਾਂ ਦੀ ਤਕਰੀਬਨ ਸੇਵਾ ਨੂੰ ਜਾਣਦੀ ਕਿ ਉਹ ਕਿੱਥੇ ਕਿੱਥੇ ਜਾ ਕੇ ਕੀ ਕੁਝ ਉਹ ਸੇਵਾ ਕਰਦੇ ਨੇ। ਪਰ ਕਈ ਲੋਕ ਉਹਨਾਂ ਨੂੰ ਵੀ ਗਲਤ ਕਹਿੰਦੇ ਨੇ, ਅੱਤਵਾਦੀ ਕਹਿੰਦੇ ਨੇ, ਵੱਖਵਾਦੀ ਕਹਿੰਦੇ ਨੇ, ਖਾਲਿਸਤਾਨ ਦੇ ਨਾਲ ਉਹਨਾਂ ਦਾ ਨਾਮ ਜੋੜਦੇ ਨੇ, ਖਾਲਿਸਤਾਨੀ ਉਹਨਾਂ ਨੂੰ ਕਿਹਾ ਜਾਂਦਾ। ਉਹਨਾਂ ਦੇ ਨਾਮ ਇੱਕ ਛੋਟਾ ਜਿਹਾ ਸੁਨੇਹਾ। ਨਹੀਂ, ਜਿਹੜੇ ਮਹਾਂਪੁਰਸ਼ ਹੁੰਦੇ ਆ, ਦੇਖੋ ਮਹਾਂਪੁਰਸ਼ਾਂ ਨੇ ਤਾਂ ਬਹੁਤ ਵੱਡੀ ਕੁਰਬਾਨੀ ਕੀਤੀ ਆ। ਜੀ। ਤੇ ਸਾਰੇ ਮਹਾਂਪੁਰਸ਼ਾਂ ਨੂੰ ਕਹਿ ਰਿਹਾ ਮੈਂ, ਇਕੱਲੇ ਇੱਕ ਬਾਬੇ ਦੀ ਨਹੀਂ ਗੱਲ ਹੈਗੀ। ਤੇ ਉਹਨਾਂ ਨੇ ਤਾਂ ਬਹੁਤ ਵੱਡੇ ਲੰਗਰ ਲਾਏ ਆ। ਜੀ। ਤੇ ਉਹਨਾਂ ਨੇ ਤਾਂ ਆਪਣੀ ਸੰਗਤ ਦੇ ਖਾਤਰ ਬਹੁਤ ਕੰਨਿਆਂ ਕੱਪੜੇ ਧੋਣੀਆਂ ਮਸ਼ੀਨਾਂ, ਕੰਨੇ ਬਰਤਨ, ਕੰਨਿਆਂ ਸਾਬਣਾ, ਕੰਨੇ ਬੁਰਸ਼, ਕੰਨੇ ਕੋਲਗੇਟ, ਕੰਨੀਆਂ ਮੈਂ ਚੀਜ਼ਾਂ ਗਣਾਦਾ। ਜੀ। ਤੇ ਉਹਨਾਂ ਦਾ ਲੱਖਾਂ ਦੇ ਹਿਸਾਬ ਨਾਲ ਲੰਗਰ ਤਿਆਰ ਕਰਕੇ ਸੰਗਤ ਨੂੰ ਵਰਤਾਇਆ। ਤੁਸੀਂ ਨੇ ਚੀਜ਼ਾਂ ਗਣਾਤੀਆਂ, ਮੀਡੀਆ ਦੇ ਵਿੱਚ ਇਹ ਵੀ ਰੌਲਾ ਪੈ ਰਿਹਾ ਕਿ ਇਹਦਾ ਖਰਚਾ ਕੌਣ ਚੱਕ ਰਿਹਾ, ਫੰਡਿੰਗ ਕਿੱਥੋਂ ਆ ਰਹੀ ਆ? ਦੇਖੋ, ਫੰਡਕ ਤਾਂ ਜਿਹੜੀ ਹੈਗੀ ਆ, ਬਾਬੇ ਨਾਨਕ ਦੇ ਟਾਈਮ ਤੇ ਸਾਡੇ ਲੰਗਰ ਲੱਗਦੇ ਆ। ਜੀ। ਉਹਨਾਂ ਨੇ ਵੀ 20 ਰੁਪਏ ਦੇ ਸ਼ੁਰੂ ਕਰਕੇ ਕਿੰਨਾ ਲੰਗਰ ਸ਼ੁਰੂ ਕੀਤੇ ਤੇ। ਬਿਲਕੁਲ। ਤੇ ਜਿਹੜੀ ਸਿੱਖ ਕੌਮ ਦੀ ਮਰਿਆਦਾ, ਜਿੱਥੇ ਸਾਡੇ ਗੁਰੂ ਘਰਾਂ 'ਚ 24 ਘੰਟੇ ਸਾਡੇ ਲੰਗਰ ਚੱਲਦੇ ਆ। ਜੀ। ਤੇ ਕਹਿੰਦਾ ਇਹ ਨਹੀਂ ਹੈਗਾ ਵੀ ਕਹਿੰਦਾ ਕਿਤੇ ਵੀ ਤੁਸੀਂ ਜਾਓ ਹੋਰ ਜਗ੍ਹਾ 'ਚ ਦੇਖ ਲਓ ਕਿਤੇ ਲੰਗਰ ਲੱਗਦੇ ਆ। ਸਾਡੇ ਤਾਂ ਆਲ ਵਰਲਡ ਦੇ ਵਿਦੇਸ਼ਾਂ ਦੇ ਵਿੱਚ ਜਿੱਥੇ ਗੁਰੂ ਘਰ ਆ ਤੁਹਾਨੂੰ ਲੰਗਰ ਮਿਲਣਗੇ। ਜੀ। ਤੇ ਸਾਡੀ ਜਿਹੜੀ ਸੰਗਤ ਆ, ਸਾਡੇ ਕਹਿੰਦਾ ਨੌਜਵਾਨਾਂ, ਸਾਡੇ ਪੰਜਾਬ ਦੇ ਵਿੱਚ ਕੋਈ 100 ਰੁਪਇਆ, ਕੋਈ 50 ਰੁਪਏ, ਕੋਈ 200 ਰੁਪਇਆ ਇਕੱਠਾ ਕਰ ਕਰਕੇ ਬਿਲਕੁਲ ਰਾਸ਼ਨ ਭੇਜ ਰਹੇ ਆ। ਜੀ। ਭਾਈ ਸਾਹਿਬ, ਇੱਕ ਮੇਰਾ ਆਖਰੀ ਸਵਾਲ ਤੁਹਾਨੂੰ ਕਿ ਪੰਜਾਬ ਦੀ ਜਵਾਨੀ ਦੇ ਨਾਮ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੋਈ ਸੁਨੇਹਾ ਜਾਰੀ ਕਰਨਾ ਹੋਵੇ ਤਾਂ ਉਹ ਕੀ ਹੋਊਗਾ? ਤੇ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਜੀ ਵੀ ਤੁਸੀਂ ਬਹੁਤ ਤਕੜੇ ਹੋ, ਤੁਸੀਂ ਬਹੁਤ ਵੱਡੇ ਸਾਡੇ ਬਹਾਦਰ ਹੋ। ਜੀ।
ਤੇ ਪੰਜਾਬ ਦੇ ਤੁਸੀਂ ਸ਼ੇਰ ਹੋ ਨੌਜਵਾਨੋ, ਆਓ ਆਪਾਂ ਖੇਡ ਤੇ ਖਿਡਾਰੀ ਕਣੀ ਆਪਾਂ ਚੱਲੀਏ ਜੀ। ਕੋਈ ਫੁੱਟਬਾਲ ਦਾ ਪਲੇਅਰ ਬਣੇ, ਕੋਈ ਕਬੱਡੀ ਦਾ ਪਲੇਅਰ ਬਣੇ, ਕੋਈ ਕ੍ਰਿਕਟ ਦਾ ਪਲੇਅਰ ਬਣੇ ਜੀ। ਤੇ ਕੋਈ ਪਹਿਲਵਾਨੀ ਦੇ ਵਿੱਚ ਹਿੱਸਾ ਲਾਵੇ ਜੀ। ਤੇ ਉਹ ਜਿਹੜੀ ਜਵਾਨੀ ਆ ਜੀ। ਉਹ ਜਵਾਨੀ ਜਿਹੜੀ 24 ਘੰਟੇ ਉਤਰਦੀ ਨਹੀਂ। ਜੀ। ਜਿਹੜਾ ਸਮੈਕਾਂ ਦੇ, ਟੀਕਿਆਂ ਦੇ, ਹੋਰ ਨਸ਼ੇ ਹੋ ਜੰਨੇ ਆ, ਸ਼ਰਾਬਾਂ ਦੇ, ਉਹ ਤਾਂ ਕੁਛ ਘੰਟਿਆਂ ਦੇ ਨਸ਼ੇ ਹੋਣੇ ਆ। ਤੇ ਇਹ ਜਿਹੜੇ ਆਪਣੇ ਨਸ਼ੇ ਆ, ਜਿਹੜਾ ਜਵਾਨੀ ਦਾ ਨਸ਼ਾ, ਉਹ ਤਾਂ 24 ਘੰਟੇ ਨਹੀਂ ਉਤਰਦਾ। ਮੈਂ ਤਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਵੀ ਘਰ ਘਰ ਦੇ, ਪਿੰਡ ਪਿੰਡ ਦੇ ਵਿੱਚ, ਜਿਮਾਂ ਦੇ ਵਿੱਚ ਜਾਓ, ਤੁਸੀਂ ਖਾੜਿਆਂ ਦੇ ਵਿੱਚ ਜਾਓ, ਪਹਿਲਵਾਨੀਆਂ ਗਰਾਊਂਡਾਂ ਦੇ ਵਿੱਚ ਜਾ ਕੇ ਆਪਣੀ ਜਵਾਨੀ ਨੂੰ ਕਾਇਮ ਕਰੀਏ। ਮੈਂ ਤਾਂ ਅੰਨੀਆਂ ਬੇਨਤੀਆਂ ਕਰਦਾ। ਜੇ ਇੱਕ ਹੋਰ ਸਵਾਲ ਉੱਠ ਖੜਾ ਹੁੰਦਾ ਕਿ ਕਿਸਾਨੀ ਸੰਘਰਸ਼ ਦੇ ਸੰਬੰਧਿਤ ਜੇ ਤੁਹਾਨੂੰ ਕਿਹਾ ਜਾਵੇ ਕਿ ਸਿਮਰਜੀਤ ਸਿੰਘ ਮਾਨ ਜੀ ਵੱਲੋਂ ਇੱਕ ਮੈਸੇਜ ਕਿਸਾਨਾਂ ਦੇ ਲਈ ਦੇ ਦਿਓ, ਤੇ ਮੈਂ ਤਾਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਜੀ ਵੀ ਤੁਸੀਂ ਸਾਰੇ ਕੁਛ ਸਰਕਾਰਾਂ ਵੀ ਦੇਖ ਲਈਆਂ, ਸਾਰੇ ਬੰਦੇ ਦੇਖ ਲਏ ਜੀ, ਆਪਾਂ ਸਾਰੇ ਇੱਕ ਪਲੇਟਫਾਰਮ ਤੇ ਹੋ ਕੇ ਜੀ, ਤਾਂ ਆਓ ਆਪਾਂ ਰਲ ਮਿਲ ਕੇ ਜੀ ਇੱਕ ਵਾਰ ਮੌਕਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਦਈਏ ਜੀ, ਜਿਹੜਾ ਹਰੇਕ ਕਿਸਾਨ ਦੇ ਨਾਲ, ਹਰੇਕ ਵਰਗ ਦੇ ਨਾਲ, ਹਰੇਕ ਵਪਾਰੀ ਦੇ ਨਾਲ, ਹਰੇਕ ਦੁਕਾਨਦਾਰ ਦੇ ਨਾਲ, ਹਰੇਕ ਦਲਿਤ ਭਾਈਚਾਰੇ ਦੇ ਨਾਲ, ਤੇ ਹਰੇਕ ਸਾਡੇ ਕਿਸਾਨ ਵਰਗ ਦੇ ਨਾਲ, ਤੇ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਡਟ ਕੇ ਪਹਿਰਾ ਦਿੰਦੇ ਆ। ਆਓ ਇੱਕ ਵਾਰ 22 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਮੌਕਾ ਦਈਏ। ਪ੍ਰਾਈਡ ਪੰਜਾਬ ਟੀਵੀ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਪਹਿਲਵਾਨ ਸਾਹਿਬ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਦੇ ਨਾਲ ਨਾਲ ਜੋ ਵੀ ਪੰਜਾਬ ਦੇ ਮਸਲੇ ਹੁੰਦੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਹੱਕਾਂ ਦੇ ਲਈ ਡਟ ਕੇ ਪਹਿਰਾ ਦਿੰਦਾ ਰਹੂਗਾ। ਬਾਕੀ ਫੈਸਲਾ ਤੁਸੀਂ ਕਰਦੇ ਹੋ ਕਿ ਇਹਨਾਂ ਦੇ ਬਿਆਨਾਂ ਦੇ ਨਾਲ ਤੁਸੀਂ ਕਿੰਨੇ ਸਹਿਮਤ ਹੋ ਜਾਂ ਕਿੰਨੇ ਸਹਿਮਤ ਤੁਸੀਂ ਨਹੀਂ ਇਹਨਾਂ ਦੇ ਨਾਲ ਇਤਫਾਕ ਰੱਖਦੇ। ਪ੍ਰਾਈਡ ਪੰਜਾਬ ਟੀਵੀ, ਸੰਸਾਰਦੀਪ ਸਿੰਘ, ਸਰਹੰਦ ਸ਼ਹਿਰ।